तो दास रिकॉर्डिंग शुरू करके। हाँ जी, वाहिगुरू जी का खालसा वाहिगुरू जी की फतेह। गुरु रूप साध संगत जी, ਅੱਜ जो ਅਸੀਂ ਸ੍ਰੀ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਦੀ ਆਰੰਭਤਾ ਕਰਨ ਜਾ ਰਹੇ ਹਾਂ, ਜਿਸ ਵਿੱਚ ਗੁਰੂ ਅਰਜਨ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦਿੰਦੇ ਹਨ ਤੇ ਨਾਲ ਨਾਲ ਅਸੀਂ ਇਹਦੀ ਸੰਥਿਆ ਜਿਹੜੀ ਉਹ ਕਰਨੀ ਹੈ। ਇਸ ਦੇ ਨਾਲ ਅਸੀਂ ਪਹਿਲਾ ਸ਼ਲੋਕ ਤੇ ਨਾਲ 4 ਪਦੇ ਜਿਹੜੇ ਉਹ ਵਿਚਾਰਾਂਗੇ। ਸੋ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਓ ਆਰੰਭਤਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸੋ ਇਹ 18ਵੀਂ ਅਸ਼ਟਪਦੀ ਦਾ ਜਿਹੜਾ ਸ਼ਲੋਕ ਹੈ, ਜਿਸ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਉਹ ਸਤਿਗੁਰੂ ਜਿਸ ਨੇ ਸਦਾ ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਅਸਲ ਵਿੱਚ ਇਸ ਧਰਤੀ ਦੇ ਉੱਤੇ ਉਹਦਾ ਨਾਮ ਜਿਹੜਾ ਹੈ ਉਹ ਸਤਿਗੁਰੂ ਹੈ। ਸਤਿਪੁਰਖ ਜਿਨ ਜਾਣਿਆ, ਮਾਫ ਕਰਨਾ, ਸ਼ਬਦ ਹੈ ਜਾਣਿਆ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਮ। ਇਹ ਭਾਈ, ਜਿਹੜਾ ਸਤਿਗੁਰੂ ਹੈ ਨਾ, ਉਹਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ, ਤੇ ਜਿਹਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ ਭਾਈ, ਉਹ ਅਸਲ ਵਿੱਚ ਸਤਿਗੁਰੂ ਹੈ। ਤੇ ਗੁਰੂ ਅਰਜਨ ਪਾਤਸ਼ਾਹ ਜੀ ਅੱਗੇ ਸਮਝਾਉਂਦੇ ਨੇ ਕਿ ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਇਹ ਭਾਈ, ਐਸੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ, ਐਸੇ ਗੁਰੂ ਦੀ ਸੰਗਤ ਵਿੱਚ ਜੁੜ ਕੇ, ਐਸੇ ਗੁਰੂ ਦੀ ਸੰਗਤ ਕਰਕੇ, ਹੇ ਭਾਈ ਤੂੰ ਵੀ ਅਕਾਲ ਪੁਰਖ ਦੇ ਗੁਣ ਗਾ, ਕਿਉਂਕਿ ਅਸਲ ਵਿੱਚ ਇਹੀ ਸਤਿਗੁਰੂ ਹੈ ਜਿਹਨੇ ਇਸ ਧਰਤੀ ਦੇ ਉੱਤੇ ਤੇਰਾ ਪਾਰ ਉਤਾਰਾ ਕਰਨਾ ਹੈ। ਤੇ ਨਾਲ ਹੀ ਅੱਗੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਅਸ਼ਟਪਦੀ ਦੇ ਅੰਦਰ ਗੁਰੂ ਦਾ ਜਿਹੜੀ ਵਡੱਪਣਤਾ ਹੈ, ਗੁਰੂ ਦਾ ਜਿਹੜਾ ਸਵਰੂਪ ਹੈ, ਉਹਦੇ ਬਾਰੇ ਬਿਆਨ ਕਰਦੇ ਹਨ ਕਿ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਇਹ ਭਾਈ, ਜਿਹੜਾ ਸਤਿਗੁਰੂ ਹੈ ਨਾ, ਉਹ ਆਪਣੇ ਸੇਵਕ ਦੇ ਉੱਤੇ ਸਦਾ ਮਿਹਰ ਭਰਿਆ ਹੱਥ ਰੱਖਦਾ ਹੈ, ਉਹਦੀ ਪ੍ਰਤਪਾਲਣਾ ਕਰਦਾ ਹੈ, ਤੇ ਨਾਲ ਹੀ ਉਹ ਆਪਣੇ ਸੇਵਕ ਜਿਹੜਾ ਹੈ ਨਾ ਦਾ ਸਿੱਖ ਕੀ ਜਿੱਥੇ ਪ੍ਰਤਪਾਲਣਾ ਕਰਦਾ ਹੈ ਨਾ, ਉੱਥੇ ਸਤਿਗੁਰੂ। ਹਾਂਜੀ, ਗੁਰੂ ਕੀ ਸੰਗਤ शायद स्क्रीन शेयर नहीं हो रही, कुछ प्रॉब्लम आ रही है। ਹਾਂਜੀ ਹੁਣ ਹਾਂਜੀ ਠੀਕ ਹੈ ਜੀ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਉਹ ਗੁਰੂ ਫਿਰ ਆਪਣੇ ਸੇਵਕ ਤੇ ਸਦਾ ਮਿਹਰਬਾਨ ਬਣਿਆ ਰਹਿੰਦਾ ਹੈ, ਮਿਹਰ ਭਰਿਆ ਹੱਥ ਰੱਖਦਾ ਹੈ। ਸੇਵਕ ਕਉ ਗੁਰ ਸਦਾ ਦਿਆਲ। ਸਤਿਗੁਰੂ ਆਪਣੇ ਸੇਵਕ ਉੱਤੇ ਸਦਾ ਮਿਹਰ ਕਰਦਾ ਹੈ, ਦਿਆਵਾਨ ਰਹਿੰਦਾ ਹੈ, ਦਇਆ ਕਰਦਾ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਸ ਸਿੱਖ ਦੀ ਗੁਰੂ ਦੁਰਮਤ, ਭੈੜੀ ਮਤ ਜਿਹੜੀ ਹੈ ਨਾ, ਜਿਹੜੀ ਮਤ ਦੇ ਵਿੱਚ ਵਿਕਾਰ ਆ ਗਏ ਨੇ, ਉਸ ਮਤ ਨੂੰ ਹਰ ਲੈਣਾ, ਭਾਵ
दूर करना, मल हिरै, मल ਨੂੰ ਦੂਰ ਕਰ ਦੇਣਾ, ਭੈੜੀ ਮਤ ਨੂੰ ਦੂਰ ਕਰ ਦੇਣਾ। ਜਿਹੜੀ ਮਤ ਦੇ ਨਾਲ ਗੁਰੂ ਦਾ ਸਿੱਖ ਇਸ ਧਰਤੀ ਦੇ ਉੱਤੇ ਖੁਆਰ ਹੁੰਦਾ ਨਾ, ਗੁਰੂ ਸਾਹਿਬ ਕਹਿੰਦੇ ਨੇ ਫਿਰ ਉਹ ਗੁਰੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਤੇ ਉਹਦੀ ਜਿਹੜੀ ਦੁਰਮਤ ਹੈ ਉਹਨੂੰ ਹਰ ਲੈਂਦਾ, ਭਾਵ ਉਹਨੂੰ ਖਤਮ ਕਰ ਦਿੰਦਾ ਹੈ। ਤੇ ਗੁਰ ਬਚਨੀ ਹਰ ਨਾਮ ਉਚਰੈ, ਫਿਰ ਉਹ ਸਿੱਖ ਜਿਹੜਾ ਨਾ ਗੁਰੂ ਦੇ ਵਚਨਾਂ ਨਾਲ, ਗੁਰੂ ਦੀ ਉਪਦੇਸ਼ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ। ਇਸੇ ਲਈ ਗੁਰੂ ਦਾ ਸਿੱਖ ਜਿਹੜਾ ਹੈ ਉਹ ਇਸ ਸੰਸਾਰ ਦੇ ਉੱਤੇ ਸਾਰੇ ਬੰਧਨਾਂ ਤੋਂ ਪਰੇ ਹੈ। ਕਿਉਂਕਿ ਜਦੋਂ ਸਿੱਖ ਗੁਰੂ ਨੂੰ ਸਮਰਪਣ ਹੋ ਜਾਂਦਾ ਹੈ ਤੇ ਫਿਰ ਉਹ ਗੁਰੂ ਦਾ ਸਿੱਖ ਜਿਹੜਾ ਹੈ, ਜਦੋਂ ਸਮਰਪਣ ਆਪਣੇ ਆਪ ਨੂੰ ਕਰਕੇ ਗੁਰੂ ਦੀ ਆਗਿਆ ਮੰਨਦਾ ਹੈ, ਸਮਝ ਲੈਂਦਾ ਹੈ ਕਿ ਅਸਲ ਵਿੱਚ ਪ੍ਰਮਾਤਮਾ ਦਾ ਸਤਿਪੁਰਖ ਜਿਨ ਜਾਣਿਆ, ਅਸਲ ਵਿੱਚ ਜਿਹਨੇ ਪ੍ਰਮਾਤਮਾ ਨੂੰ ਜਾਣਿਆ ਉਹੀ ਸਤਿਗੁਰੂ ਹੈ। ਪ੍ਰਮਾਤਮਾ ਤੇ ਸਤਿਗੁਰੂ ਦੇ ਵਿੱਚ ਕੋਈ ਅਭੇਦ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਉਹ ਸਿੱਖ ਉਹਦੇ ਜਿਹੜੇ ਭੈੜੀ ਮੱਤ ਹੈ, ਉਹ ਗੁਰੂ ਉਹਦੀ ਭੈੜੀ ਮੱਤ ਦੂਰ ਕਰ ਦਿੰਦਾ ਹੈ ਤੇ ਉਹ ਸਦਾ ਉਹਦੇ ਨਾਮ ਸਿਮਰਨ ਵਿੱਚ ਲੱਗਾ ਰਹਿੰਦਾ ਹੈ। ਗੁਰੂ ਅਰਜਨ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਸਤਿਗੁਰੂ ਹੈ ਨਾ, ਉਹ ਆਪਣੇ ਸਿੱਖ ਦੇ ਜਿਹੜੇ ਆ ਉਹ ਬੰਧਨ ਕੱਟ ਦਿੰਦਾ ਹੈ। ਜਿਹੜੇ ਮਾਇਆ ਦੇ ਵਿੱਚ ਬੱਝਾ ਹੋਇਆ ਹੈ ਨਾ, ਸਦਾ ਮਾਇਆ ਮਾਇਆ ਕਰਦਾ ਰਹਿੰਦਾ, ਧੀਆਂ ਪੁੱਤਰਿਆਂ ਦੇ ਮੋਹ ਦੀ ਮਾਇਆ, ਸੰਸਾਰਕ ਰਿਸ਼ਤੇਦਾਰਾਂ ਦੇ ਪਿਆਰ ਦੀ ਮਾਇਆ, ਧਨ ਪਦਾਰਥ ਰੂਪੀ ਮਾਇਆ ਜਿਹੜੀ ਉਹ ਮਾਇਆ ਕਰਦਾ ਨਾ, ਉਹਦੇ ਵੱਲੋਂ ਜਿਹੜਾ ਵਾ ਉਹਦੇ ਬੰਧਨ ਕੱਟ ਦਿੰਦਾ। ਫਿਰ ਉਹ ਜੋ ਵੀ ਪ੍ਰਮਾਤਮਾ ਬਖਸ਼ਿਸ਼ ਕਰਦਾ ਉਹਦੀ ਰਜਾ ਵਿੱਚ ਰਹਿੰਦਾ, ਉਹਦੀ ਰਜਾ ਵਿੱਚ ਰਹਿੰਦਿਆਂ ਹੋਇਆਂ ਜਿਹੜਾ ਵਾ ਸੰਸਾਰ ਦੇ ਉੱਤੇ ਆਪਣਾ ਜੀਵਨ ਬਤੀਤ ਕਰਦਾ ਹੈ। ਤੇ ਇਸੇ ਸੰਸਾਰ ਦੇ ਉੱਤੇ ਗੁਰੂ ਸਾਹਿਬ ਕਹਿੰਦੇ ਗੁਰ ਕਾ ਸਿੱਖ ਵਿਕਾਰ ਤੇ ਹਟੈ। ਗੁਰੂ ਦਾ ਸਿੱਖ ਫਿਰ ਵਿਕਾਰਾਂ ਵੱਲੋਂ ਹਟ ਜਾਂਦਾ। ਜਦੋਂ ਮਾਇਆ ਦੀ ਪਾਹ ਕੋਈ ਨਹੀਂ, ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਿਆ ਤੇ ਫਿਰ ਉਹਦੇ ਜਿਹੜੇ ਸੰਸਾਰ ਦੇ ਉੱਤੇ ਵਿਕਾਰ ਕਮਾਉਂਦਾ ਨਾ, ਵਿਕਾਰ, ਉਹਨਾਂ ਵੱਲੋਂ ਵੀ ਉਹਦਾ ਮਨ ਜਿਹੜਾ ਉੱਠ ਜਾਂਦਾ ਹੈ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ, ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਿਹੜਾ ਸੱਚਾ ਸਤਿਗੁਰੂ ਹੈ ਨਾ, ਉਹ ਫਿਰ ਸੰਸਾਰ ਰੂਪੀ ਮਾਇਆ ਨਹੀਂ ਉਹਨੂੰ ਦਿੰਦਾ। ਕਈ ਵਾਰ ਸਾਡੇ ਮਨਾਂ ਵਿੱਚ ਇਹ ਗੱਲ ਆਉਂਦੀ ਹੈ, ਅਸੀਂ ਗੁਰੂ ਅੱਗੇ ਅਰਦਾਸ ਕੀਤੀ ਸੀ, ਸੱਚੇ ਪਾਤਸ਼ਾਹ ਸਾਡੇ ਘਰ ਦੇ ਅੰਦਰ ਸੁੱਖ ਆ ਜਾਣ, ਮਾਇਕ ਪਦਾਰਥ ਆ ਜਾਣ, ਅਸੀਂ ਬੜੀ ਤੰਗੀ ਕੱਟਦੇ ਹਾਂ। ਕਈ ਵਾਰ ਉਹ ਮਾਇਕ ਪਦਾਰਥ ਮਿਲ ਜਾਂਦੇ ਨੇ, ਉਹ ਗੱਡੀਆਂ ਮਿਲ ਜਾਂਦੀਆਂ ਨੇ, ਪਰ ਮਨ ਦਾ ਸੁੱਖ ਨਹੀਂ ਮਿਲਦਾ। ਪਰ ਜਿਹੜਾ ਸਿੱਖ ਇਹ ਸਮਝ ਲੈਂਦਾ ਏ ਕਿ ਗੁਰੂ ਦੇ ਨਾਲ ਜੁੜ ਕੇ ਕੇਵਲ ਪ੍ਰਮਾਤਮਾ ਦੇ ਹਰ ਗੁਣ ਗਾਉਣੇ ਨੇ, ਉਹਦੇ ਗੁਣਾਂ ਨੂੰ ਬਿਆਨ ਕਰਨਾ ਹੈ, ਫਿਰ ਉਹ ਇਸ ਧਰਤੀ ਦੇ ਉੱਤੇ ਉਹਦੇ ਜਿਹੜੇ ਹਿਰਦੇ ਦੇ ਅੰਦਰ ਵਿਕਾਰਾਂ ਤੋਂ ਹਟਾ ਕੇ, ਮਾਇਆ ਤੋਂ ਦੂਰ ਕਰਕੇ ਫਿਰ ਨਾਮ ਧਨ ਦੇ ਦਿੰਦਾ। ਸਤਿਗੁਰ ਸਿੱਖ ਕਉ ਨਾਮ ਧਨ ਦੇ। ਸਤਿਗੁਰੂ ਫਿਰ ਆਪਣੇ ਸਿੱਖ ਨੂੰ ਨਾਮ ਰੂਪੀ ਧਨ ਦਿੰਦਾ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਸ ਧਰਤੀ ਦੇ ਉੱਤੇ ਗੁਰ ਕਾ ਸਿੱਖ ਵਡਭਾਗੀ ਹੈ। ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ, ਉਹਦੇ ਭਾਗ ਸਵੱਲੇ ਹੋ ਜਾਂਦੇ ਨੇ, ਉਹਦੇ ਭਾਗ ਚੰਗੇ ਹੋ ਜਾਂਦੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਵੇਖੋ ਗੁਰੂ ਕਿੱਡੀ ਰਹਿਮਤ ਕਰਦਾ। ਅਸੀਂ ਰੋਜ਼ਾਨਾ ਸੁਖਮਨੀ ਸਾਹਿਬ ਪੜ੍ਹਦੇ ਹੋਵਾਂਗੇ, ਪਰ ਕਦੇ ਖਿਆਲ ਨਹੀਂ ਕੀਤਾ ਕਿ ਗੁਰੂ ਕਿੰਨਾ ਦਿਆਵਾਨ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਤੁਸੀਂ ਵੇਖਿਆ ਹੀ ਨਹੀਂ, ਜਿਹੜਾ ਗੁਰੂ ਹੈ ਨਾ, ਸੱਚਾ ਗੁਰੂ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਸਤਿਗੁਰੂ ਤੇ ਆਪਣੇ ਸਿੱਖ ਦਾ ਜਿਹੜਾ ਵਾ ਲੋਕ ਤੇ ਪਰਲੋਕ ਦੋਵੇਂ ਸਵਾਰ ਦਿੰਦਾ। ਇਸ ਸੰਸਾਰ ਦੇ ਉੱਤੇ ਉਹਨੂੰ ਫਿਰ ਕੋਈ ਚਿੰਤਾ ਨਹੀਂ।
ਤੇ ਐਸੇ ਸਿੱਖ ਨੂੰ ਫਿਰ ਗੁਰੂ ਸਤਿਗੁਰ ਨਾਨਕ ਸਤਿਗੁਰ ਸਿੱਖ ਕਹੋ ਜੀ ਨਾਲ ਸਮਾਰੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਫਿਰ ਆਪਣੇ ਸੇਵਕ ਨੂੰ ਇਹ ਨਹੀਂ ਕਹਿੰਦਾ, ਓਏ ਓਏ ਨਹੀਂ ਕਹਿੰਦਾ, ਤੇ ਨਾ ਹੀ ਓਏ ਓਏ ਕਹਿਣ ਦਿੰਦਾ। ਫਿਰ ਉਹ ਆਪਣੇ ਸੇਵਕ ਨੂੰ, ਆਪਣੇ ਸਿੱਖ ਨੂੰ ਜਿਹੜਾ ਵਾ ਬੜੇ ਆਦਰ ਦੇ ਨਾਲ ਬੁਲਾਉਂਦਾ ਏ। ਤੇ ਦੂਜੇ ਅਰਥ ਨੇ ਜੀ ਨਾਲ, ਜਿੰਦ ਨਾਲ। ਜਿਹੜਾ ਗੁਰੂ ਦਾ ਸੱਚਾ ਸਿੱਖ ਹੈ ਨਾ, ਉਹਨੂੰ ਫਿਰ ਆਪਣੀ ਜਿੰਦ ਦੇ ਨਾਲ ਰੱਖਦਾ ਏ, ਆਪਣਾ ਪਿਆਰਾ ਬਣਾ ਕੇ, ਆਪਣੀ ਨਾਲ, ਉਹਨੂੰ ਦੂਰ ਨਹੀਂ ਹੋਣ ਦਿੰਦਾ। ਫਿਰ ਇਹ ਦੋ ਅਰਥ ਬਣ ਗਏ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਅੰਦਰ ਜ਼ਿਕਰ ਕੀਤਾ। ਫਿਰ ਨਾਲ ਹੀ ਅਗਲੀ ਦੂਸਰੀ ਪੌੜੀ ਆਰੰਭ ਹੁੰਦੀ ਹੈ। ਇਸ ਪੌੜੀ ਦੇ ਅੰਦਰ ਪਰਮਾਤਮਾ ਦੀ ਆਗਿਆ ਦੀ ਗੱਲ ਕੀਤੀ ਹੈ, ਗੁਰੂ ਦੀ ਆਗਿਆ ਦੀ ਗੱਲ ਕੀਤੀ ਹੈ, ਆਪਣੇ ਆਪ ਨੂੰ ਨੀਵਾਂ ਰੱਖਣ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸਿੱਖ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਜਿਹੜਾ ਮਨੁੱਖ ਗੁਰੂ ਦੇ ਘਰ ਵਿੱਚ, ਭਾਵ ਗੁਰੂ ਦੇ ਦਰ ਉੱਤੇ ਰਹਿੰਦਾ ਹੈ ਨਾ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਜਿਹੜਾ ਗੁਰੂ ਦੇ ਗ੍ਰਹਿ ਭਾਵ ਗੁਰੂ ਦੇ ਘਰ ਵਿੱਚ ਟਿਕਾਣਾ ਕਰਦਾ ਹੈ, ਕਿਸ ਦੀ ਖਾਤਰ? ਸਿੱਖਿਆ ਦੀ ਖਾਤਰ। ਤੇ ਫਿਰ ਸਿੱਖਿਆ ਧਾਰਨ ਕਰਦਾ ਹੈ ਤੇ ਗੁਰ ਕੀ ਆਗਿਆ ਮਨ ਮਹਿ ਸਹਿ, ਤੇ ਫਿਰ ਗੁਰੂ ਦਾ ਹੁਕਮ ਮਨ ਵਿੱਚ ਮੰਨਦਾ ਹੈ। ਆਪਸ ਕਉ ਕਰ ਕਛ ਨਾ ਜਨਾਵੈ, ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ। ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਇੰਨੀਆਂ ਗੱਡੀਆਂ, ਮੇਰੇ ਕੋਲ ਇੰਨੀਆਂ ਕਾਰਾਂ, ਮੈਂ ਗੁਰੂ ਸਾਹਿਬ ਨੂੰ ਆਪਣੀ ਗੱਡੀ ਵਿੱਚ ਲੈ ਕੇ ਜਾਵਾਂਗਾ, ਮੈਂ ਗੁਰੂ ਦਾ ਸਤਿਕਾਰ ਵੱਧ ਕਰਦਾ। ਗਰੀਬ ਦੇ ਕੋਲ ਸਤਿਕਾਰ ਨਹੀਂ ਹੁੰਦਾ ਭਾਈ, ਨਹੀਂ, ਉਹਦੇ ਕੋਲ ਧਨ ਪਦਾਰਥ ਬਹੁਤ ਹੈ, ਬੜੀ ਮਾਇਆ ਪ੍ਰਮਾਤਮਾ ਨੇ ਉਹਨੂੰ ਦਿੱਤੀ ਹੈ, ਗੁਰੂ ਨੇ ਬੜੀ ਰਹਿਮਤ ਕੀਤੀ ਉਹਦੇ ਘਰ ਦੇ ਵਿੱਚ, ਲਹਿਰਾਂ ਮਹਿਰਾਂ ਨੇ। ਤੇ ਫਿਰ ਉਹ ਐਸਾ ਸੇਵਕ ਜਦੋਂ ਪ੍ਰਭੂ ਦੇ ਨਾਮ ਵਿੱਚ ਜੁੜਿਆ ਹੁੰਦਾ ਨਾ, ਪ੍ਰਭੂ ਦੀ ਬੰਦਗੀ ਵਿੱਚ ਜੁੜਿਆ ਹੁੰਦਾ, ਸਤਿਗੁਰੂ ਨੂੰ ਸਮਰਪਣ ਆਪਣਾ ਆਪ ਕਰ ਦਿੰਦਾ, ਉਹ ਧਨ ਦੀ ਪਰਵਾਹ ਨਹੀਂ ਕਰਦਾ। ਉਹ ਫਿਰ ਆਪਸ ਕਉ ਕਰ ਕਛ ਨਾ ਜਨਾਵੈ, ਉਹ ਆਪਣਾ ਆਪ ਨਹੀਂ ਜਤਾਉਂਦਾ ਕਿ ਮੈਂ ਵੱਡਾ, ਉਹ ਕਹਿੰਦਾ ਮੈਂ ਤੇ ਗੁਰੂ ਦਾ ਸੇਵਕ ਹਾਂ, ਮੈਂ ਤੇ ਗੁਰੂ ਦਾ ਸੇਵਕ ਹਾਂ। ਉਹ ਸਦਾ ਫਿਰ ਉਹਦਾ ਸੇਵਕ ਜਾਣਦਿਆਂ ਹੋਇਆਂ ਹਰ ਹਰ ਨਾਮ ਹਿਰਦੈ ਸਦ ਧਿਆਵੈ। ਭਾਈ ਉਹ ਫਿਰ ਉਹਦੀ ਰੰਗਤ ਵਿੱਚ ਰੰਗਿਆ ਹੋਇਆ ਵਾਹਿਗੁਰੂ 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 ਕਰਦਾ ਆਪਣਾ ਜੀਵਨ ਬਤੀਤ ਕਰਦਾ ਹੈ। ਭਾਵ ਉਹਦੀ ਬੰਦਗੀ ਨੂੰ ਆਪਣੇ ਚਿੱਤ ਵਿੱਚ ਵਸਾ ਲੈਂਦਾ। ਉਹ ਫਿਰ ਚਿੱਤ ਕਰਤਾਰ ਵੱਲ ਤੇ ਹੱਥ ਕਾਰ ਵੱਲ ਲਾ ਲੈਂਦਾ। ਹੱਥਾਂ ਦੇ ਨਾਲ ਕਾਰ ਕਰਦਾ ਹੋਇਆ, ਦਸਾਂ ਨੌਵਾਂ ਦੀ ਕਿਰਤ ਕਰਦਿਆਂ ਹੋਇਆਂ ਫਿਰ ਚਿੱਤ ਕਰਤਾਰ ਵੱਲ ਜੋੜ ਲੈਂਦਾ। ਤੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਸਿਧਾਂਤ ਕਿਰਤ ਕਰਨੀ, ਨਾਮ ਜਪਣਾ, ਤੇ ਨਾਮ ਜਪਦਿਆਂ ਜਪਦਿਆਂ ਫਿਰ ਸੰਸਾਰ ਦੇ ਉੱਤੇ ਵੰਡ ਕੇ ਛਕਦਾ, ਵੰਡ ਕੇ ਛਕ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਐਸਾ ਸਿੱਖ ਫਿਰ ਸਦਾ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਤੇ ਮਨ ਵੇਚੈ ਸਤਿਗੁਰ ਕੈ ਪਾਸ, ਉਹ ਆਪਣਾ ਮਨ ਜਿਹੜਾ ਨਾ ਹੁਣ ਸਤਿਗੁਰੂ ਦੇ ਕੋਲ ਵੇਚ ਦਿੰਦਾ, ਭਾਵ ਹਵਾਲੇ ਕਰ ਦਿੰਦਾ। ਕਹਿੰਦੇ ਸੱਚੇ ਪਾਤਸ਼ਾਹ ਇਹ ਮਨ ਵੀ ਤੇਰਾ। ਗੁਰੂ ਸਾਹਿਬ ਨੇ ਅਰਦਾਸ ਕਰਨੀ, ਜਾਚਨਾ ਕਰਨੀ ਸਿਖਾਈ ਨਾ, ਤੇ ਕਹਿੰਦੇ ਗੁਰੂ ਸਾਹਿਬ ਨੇ ਆਖਿਆ ਭਾਈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਕਹਿੰਦੇ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਸੌਂਪ ਦੇ, ਭਾਵ ਉਹਨੂੰ ਸਮਰਪਣ ਹੋ ਜਾ, ਉਹਦੇ ਹਵਾਲੇ ਕਰ ਦੇ। ਸਭ ਕੁਝ ਤੇਰਾ ਦਿੱਤਾ ਹੋਇਆ ਦਾਤਾ, ਇਹ ਸਭ ਕੁਝ ਅਹੁਦੇ, ਇਹ ਇੱਜ਼ਤ, ਇਹ ਧਨ, ਇਹ ਪੈਸਾ ਸਭ ਕੁਝ ਤੇਰਾ ਦਿੱਤਾ ਹੋਇਆ। ਐਸਾ ਸਿੱਖ ਫਿਰ ਆਪਣਾ ਮਨ ਵੀ ਗੁਰੂ ਅੱਗੇ ਵੇਚ ਦਿੰਦਾ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਫਿਰ ਐਸੇ ਸੇਵਕ ਦੇ ਭਾਗ ਸਵੱਲੇ ਬਣ ਜਾਂਦੇ ਨੇ। ਜਿਸ ਸੇਵਕ ਕੇ ਕਾਰਜ ਰਾਸ, ਫਿਰ ਉਹਦੇ ਸਾਰੇ ਕੰਮ ਜਿਹੜੇ ਆ ਨਾ, ਜਿਹੜੇ ਵੀ ਆਰੰਭਦਾ, ਉਹ ਸਾਰੇ ਕਾਰਜ ਫਿਰ ਰਾਸ ਹੋ ਜਾਂਦੇ ਨੇ। ਉਹ ਫਿਰ ਉਹਦੇ ਪ੍ਰਮਾਤਮਾ ਦੇ ਦਰ ਉੱਤੇ ਕਬੂਲ ਹੋ ਜਾਂਦਾ। ਜਿਸ ਤਰ੍ਹਾਂ ਅਸੀਂ ਕੱਲ ਸਵੇਰ ਦੇ ਦੀਵਾਨਾਂ ਵਿੱਚ ਜਦੋਂ ਅਸੀਂ ਕਲਾਸ ਵਿੱਚ ਜੁੜੇ ਸੀ ਨਾ,
ਉਹਦੇ ਵਿੱਚ ਸਾਖੀ ਸੁਣੀ ਭਗਤ ਨਾਮਦੇਵ ਜੀ ਦੀ। ਜਦੋਂ ਭਗਤ ਨਾਮਦੇਵ ਜੀ ਦੀ ਕੁੱਲੀ ਬਣਾਈ ਤੇ ਉਹ ਪੁੱਛਿਆ ਗਿਆ ਕਿੰਨੇ ਬਣਾ ਕੇ ਦਿੱਤੀ? ਕਹਿੰਦੇ ਇਹ ਪ੍ਰਮਾਤਮਾ ਨੇ ਬਣਾ ਕੇ ਦਿੱਤੀ। ਮਜ਼ਦੂਰੀ ਕਾਹਦੀ ਮੰਗਦਾ? ਜੇ ਗੁਆਂਢਣ ਔਰਤ ਨੇ ਆੜ ਕੇ ਪੁੱਛਿਆ ਕਿ ਮੈਂ ਡਬਲ ਮਜ਼ਦੂਰੀ ਦੇਵਾਂਗੀ, ਡਬਲ ਪੈਸਾ, ਮੈਂ ਡਬਲ ਭਾਵ ਦੁੱਗਣਾ ਧਨ ਦੇਵਾਂਗੀ ਤੇ ਦੁੱਗਣਾ ਧਨ ਦੇ ਕੇ ਮੈਨੂੰ ਇਸ ਨਾਲ ਦੀ ਝੁੱਗੀ ਬਣਾ ਦੇ, ਕਹਿੰਦੇ ਨਹੀਂ, ਤੇ ਉਹ ਪ੍ਰੇਮ ਦੀ ਮਜ਼ਦੂਰੀ ਮੰਗਦਾ। ਉਹ ਪ੍ਰਮਾਤਮਾ ਜਿਹੜਾ ਵਾ ਉਹ ਧਨ ਦਾ ਭੁੱਖਾ ਨਹੀਂ, ਉਹਨੂੰ ਤੇ ਪ੍ਰੇਮ ਚਾਹੀਦਾ। ਜਿਹੜਾ ਉਹਦੇ ਪ੍ਰੇਮ ਵਿੱਚ ਬੱਝਾ ਹੋਇਆ ਨਾ, ਉਹ ਉਹਦੇ ਸਾਰੇ ਕਾਰਜ ਰਾਸ ਕਰ ਦਿੰਦਾ। ਉਹਨੂੰ ਫਿਰ ਫਿਕਰ ਨਹੀਂ ਰਹਿੰਦਾ ਕਿ ਮੈਂ ਬਣਾਉਣਾ ਕੀ ਤੇ ਢਾਉਣਾ ਕੀ, ਉਹ ਸਭ ਕੁਝ ਪ੍ਰਮਾਤਮਾ ਉਹਦੇ ਕੋਲੋਂ ਕਰਵਾ ਲੈਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਸੇਵਾ ਕਰਤ ਹੋਏ ਨਹਿ ਕਾਮੀ। ਕਹਿੰਦੇ ਜੋ ਸੇਵਕ ਗੁਰੂ ਦੀ ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖਾਸ਼ ਨਹੀਂ ਨਾ ਰੱਖਦਾ, ਮਨ ਵਿੱਚ ਇਹ ਨਹੀਂ ਕਿ ਮੈਨੂੰ ਆਹ ਧਨ ਮਿਲ ਜਾਵੇ। ਹੁਣ ਸਾਡਾ ਕੀ ਆ ਕਿ ਅਸੀਂ ਜਦੋਂ ਵੀ ਜਾਂਦੇ ਹਾਂ ਗੁਰੂਦੁਆਰੇ, ਸਾਡੇ ਮਨ ਵਿੱਚ ਵੀ ਫੁਰਨੇ ਫੁਰਦੇ ਨੇ ਕਿ ਭਾਈ ਅੱਜ ਆਹ ਗੁਰੂ ਅੱਗੇ ਅਰਦਾਸ ਕਰ ਲਈਏ, ਇਹਦੇ ਬਾਰੇ ਵੀ ਸੁੱਖ ਮੰਗ ਲਈਏ। ਮਤਲਬ ਕਈ ਮੰਗਾਂ ਅਸੀਂ ਲੈ ਕੇ ਜਦੋਂ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਹਾਂ, ਕਈ ਮੰਗਾਂ, ਇੱਕ ਨਹੀਂ। ਇਹ ਨਹੀਂ ਕਿ ਇੱਕ ਮੰਗ ਹੈ ਕਿ ਮੇਰਾ ਸਰੀਰ ਤੰਦਰੁਸਤ ਹੋਵੇ, ਮੇਰਾ ਨਹੀਂ, ਫਿਰ ਸਾਰੇ ਟੱਬਰ ਦਾ, ਰਿਸ਼ਤੇਦਾਰਾਂ ਦਾ ਸੁੱਖ ਸ਼ਾਂਤ, ਹਰ ਇੱਕ ਪਾਸੇ ਤੋਂ ਮਤਲਬ ਜਿਹੜਾ ਵਾ ਸਾਡੇ ਮਨ ਦੇ ਅੰਦਰ ਜਿਹੜਾ ਵਾ ਉਹ ਖਿਆਲ ਬਣਿਆ ਰਹਿੰਦਾ ਕਿ ਭਾਈ ਆਹ ਵਸਤ ਮੈਨੂੰ ਚਾਹੀਦੀ ਆ। ਅਸੀਂ 20 ਪ੍ਰਕਾਰ ਦੀਆਂ ਜਿਹੜੀਆਂ ਫਰਮਾਇਸ਼ਾਂ ਅੱਗੇ ਗੁਰੂ ਦੇ ਰੱਖ ਦਿੰਦੇ ਹਾਂ। ਪਰ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਜਿਹੜਾ ਐਸਾ ਸੇਵਕ ਹੈ ਨਾ, ਜਿਹਨੇ ਆਪਣਾ ਮਨ ਵੀ ਵੇਚ ਦਿੱਤਾ ਗੁਰੂ ਨੂੰ, ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰਦਾ ਨਾ, ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਫਿਰ ਨਿਸ਼ਕਾਮੀ ਮਨੁੱਖ ਨੂੰ, ਜਿਹਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਫਿਰ ਉਸ ਨੂੰ ਮਾਲਕ ਪ੍ਰਭੂ ਮਿਲ ਪੈਂਦਾ ਹੈ। ਤੇ ਗੁਰੂ ਅਰਜਨ ਪਾਤਸ਼ਾਹ ਜੀ ਅਖੀਰਲੀ ਇਸ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਿ ਆਪਣੀ ਕਿਰਪਾ ਜਿਸ ਆਪ ਕਰੇ। ਆਪਣੀ ਕਿਰਪਾ, ਇੱਕ ਹੁੰਦੀ ਹੈ ਕਿਰਪਾ, ਕੱਕੇ ਨੂੰ ਸਿਹਾਰੀ ਤੇ ਰਾਰਾ ਪੱਪੇ ਨੂੰ ਕੰਨਾ, ਕਿਰਪਾ, ਉਹਨੂੰ ਕਿਰਪਾ ਪੂਰਾ ਬੋਲਣਾ। ਇੱਥੇ ਕੱਕੇ ਨੂੰ ਸਿਹਾਰੀ ਪੈਰ 'ਚ ਰਾਰਾ, ਭਾਵ ਕੱਕੇ ਨੂੰ ਸਿਹਾਰੀ ਨਹੀਂ ਬੋਲਣੀ, ਰਾੜੇ ਨੂੰ ਬੋਲਾਂਗੇ ਤੇ ਸ਼ਬਦ ਜਿਹੜਾ ਬੋਲਿਆ ਜਾਏਗਾ ਕਿਰਪਾ। ਆਪਣੀ ਕਿਰਪਾ ਜਿਸ ਆਪ ਕਰੇ, ਜਿਸ ਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਇਹ ਭਾਈ ਉਹ ਫਿਰ ਸੇਵਕ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਦਾ ਹੈ, ਸਤਿਗੁਰੂ ਦੀ ਮੱਤ ਧਾਰਨ ਕਰ ਲੈਂਦਾ ਹੈ, ਜਿਹਦੇ ਉੱਤੇ ਉਹ ਪ੍ਰਭੂ ਆਪਣੀ ਰਹਿਮਤ ਬਣਾਉਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਇਸ ਅਸ਼ਟਪਦੀ ਦੇ ਤੀਸਰੇ ਪਦੇ ਅੰਦਰ ਬਖਸ਼ਿਸ਼ ਕਰਦੇ ਹਨ, 20 ਬਿਸਵੇ ਗੁਰ ਕਾ ਮਨ ਮਾਨੈ। ਇੱਥੇ ਜਿਹੜਾ ਸ਼ਬਦ ਆਇਆ 20 ਬਿਸਵੇ, 20 ਦਾ ਭਾਵ ਹੈ 20, ਵਿਸਵੇ, ਵਿਸਵੇ ਦਾ ਭਾਵ ਹੈ ਵਿਸਵੇ, ਭਾਵ ਪੂਰੇ ਤੌਰ ਤੇ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸ਼ਰਧਾ ਦਾ ਪੂਰੇ ਤੌਰ ਤੇ ਯਕੀਨ ਦਿਵਾ ਲੈਂਦਾ ਹੈ, 20 ਬਿਸਵੇ ਗੁਰ ਕਾ ਮਨ ਮਾਨੈ, ਪੂਰਨ ਤੌਰ ਤੇ ਜਿਹੜਾ ਵਾ ਉਹ ਯਕੀਨ ਬਣਾ ਲੈਂਦਾ ਹੈ, ਯਕੀਨ ਦਿਵਾ ਦਿੰਦਾ ਹੈ ਆਪਣੀ ਸ਼ਰਧਾ ਦਾ ਸਤਿਗੁਰੂ ਅੱਗੇ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਅਨਕ ਬਾਰ ਗੁਰ ਕਉ ਬਲ ਜਾਓ। ਹੇ ਭਾਈ, ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਮੈਂ ਐਸੇ ਗੁਰੂ ਤੋਂ ਕਈ ਵਾਰ ਸਦਕੇ ਜਾਂਦਾ ਹਾਂ। ਮਾਫ ਕਰਨਾ, ਇੱਕ ਪੰਕਤੀ ਵਿੱਚ ਰਹਿ ਗਈ, ਮੈਂ ਸਕਰੀਨ ਸ਼ੇਅਰ ਕਰਨੀ ਭੁੱਲ ਗਿਆ ਸੀ। ਹਾਂਜੀ, ਸੋ ਸਤਿਗੁਰ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ
ਸਤਿਗੁਰੂ ਵੀ ਉਹ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ। ਤੇ ਅਨਕ ਵਾਰ ਗੁਰ ਕਉ ਬਲ ਜਾਓ, ਤੇ ਮੈਂ ਐਸੇ ਗੁਰੂ ਤੋਂ ਕਈ ਵਾਰ ਸਦਕੇ ਜਾਂਦਾ ਹਾਂ। ਸਰਬ ਨਿਧਾਨ ਜੀ ਕਾ ਦਾਤਾ, ਸਤਿਗੁਰੂ ਸਾਰਿਆਂ ਖਜ਼ਾਨਾ ਦਾ ਦਾਤਾ ਹੈ। ਉਹ ਸਾਰੇ ਖਜ਼ਾਨੇ ਜਿਹੜੇ ਆਪਣੇ ਸੇਵਕ ਨੂੰ ਦੇਣ ਦੇ ਸਮਰੱਥ ਹੈ, ਉਹ ਦਾਤਾ ਹੈ ਸਭਨਾ ਜੀਆਂ ਦਾ। ਇਸ ਲਈ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਇਸ ਲਈ ਹੇ ਭਾਈ ਉਹ ਅੱਠੇ ਪੈਰ ਅਕਾਲ ਪੁਰਖ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ। ਬ੍ਰਹਮ ਮਹਿ ਜਨ, ਜਨ ਮਹਿ ਪਾਰ ਬ੍ਰਹਮ। ਪ੍ਰਭੂ ਦਾ ਸੇਵਕ ਸਤਿਗੁਰੂ, ਭਾਵ ਉਹ ਸਤਿਗੁਰੂ ਜਿਹੜਾ ਹੈ ਨਾ, ਪ੍ਰਭੂ ਦਾ ਸੇਵਕ ਸਦਾ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ। ਤੇ ਉਹ ਸੇਵਕ ਵੀ ਸਤਿਗੁਰੂ ਵਿੱਚ, ਭਾਵ ਪ੍ਰਭੂ ਵਿੱਚ ਸਦਾ ਟਿਕਿਆ ਰਹਿੰਦਾ, ਜਿਹੜਾ ਸੇਵਕ ਉਹਦੀ ਆਰਾਧਨਾ ਕਰਦਾ। ਇਕੈ ਆਪ ਨਹੀਂ ਕਛ ਭਰਮ, ਗੁਰੂ ਤੇ ਪ੍ਰਭੂ ਇੱਕ ਰੂਪ ਹਨ, ਇਸ ਵਿੱਚ ਭੁਲੇਖੇ ਵਾਲੀ ਗੱਲ ਨਹੀਂ। ਸਹਸ ਸਿਆਣਪ ਲਿਆ ਨਾ ਜਾਈਐ, ਭਾਈ ਐਸੇ ਗੁਰੂ ਨੂੰ ਹਜ਼ਾਰਾਂ ਚਤੁਰਾਈਆਂ ਕਰਨ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਨਹੀਂ ਮਿਲਦਾ। ਹਜ਼ਾਰਾਂ ਚਤੁਰਾਈਆਂ ਕਰ ਲਈਏ ਕਿ ਭਾਈ ਮੈਂ ਸਵੇਰੇ ਸਵੇਰੇ ਪਖੰਡ ਕਰ ਲਵਾਂ, ਕਿ ਅੰਮ੍ਰਿਤ ਵੇਲੇ ਮੱਥਾ ਟੇਕ ਲਵਾਂ, ਲੋਕ ਕਹਿਣ ਬੜਾ ਵੱਡਾ ਭਗਤ ਹੈ, ਪਰ ਇਹਨਾਂ ਚਤੁਰਾਈਆਂ ਦੇ ਨਾਲ, ਸਿਆਣਪਾਂ ਦੇ ਨਾਲ ਉਸ ਪ੍ਰਭੂ ਨੂੰ, ਉਸ ਗੁਰੂ ਨੂੰ ਜਿਹੜਾ ਵਾ ਉਹ ਪਾਇਆ ਨਹੀਂ ਜਾ ਸਕਦਾ। ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ਨਾਨਕ ਐਸਾ ਗੁਰ ਵਡਭਾਗੀ ਪਾਈਐ। ਇਹ ਭਾਈ ਅਜਿਹਾ ਗੁਰੂ ਜਿਹੜਾ ਹੈ ਉਹ ਬੜੇ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਬੜੀ ਬਖਸ਼ਿਸ਼ ਹੋਵੇ ਤੇ ਫਿਰ ਉਹ ਗੁਰੂ ਐਸਾ ਜਿਹੜਾ ਉਹ ਪ੍ਰਾਪਤ ਹੁੰਦਾ ਹੈ, ਮਿਲਦਾ ਹੈ। ਸੋ ਗੁਰੂ ਅਰਜਨ ਪਾਤਸ਼ਾਹ ਜੀ ਚੌਥੇ ਪਦੇ ਅੰਦਰ ਬਖਸ਼ਿਸ਼ ਕਰਦੇ ਨੇ, ਸਫਲ ਦਰਸ਼ਨ ਪੇਖਤ ਪੁਨੀਤ। ਗੁਰੂ ਦਾ ਦੀਦਾਰ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਨਾ ਗੁਰੂ ਦੇ, ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਉਹ ਫਲ ਦੇਣ ਵਾਲਾ ਹੁੰਦਾ। ਕਿਉਂ? ਕਿਉਂਕਿ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਫਿਰ ਸਾਡਾ ਮਨ ਜਿਹੜਾ ਉਹ ਪਵਿੱਤਰ ਹੋ ਜਾਂਦਾ। ਗੁਰਦੁਆਰੇ ਜਾਂਦੇ ਆ ਨਾ, ਜਦੋਂ ਅਰਦਾਸ ਕਰਦੇ ਹਾਂ ਫਿਰ ਸਾਡਾ ਧਿਆਨ ਗੁਰੂ ਵੱਲ ਹੋ ਜਾਂਦਾ, ਸਾਡਾ ਜਿਹੜਾ ਮਨ ਹੈ ਉਹ ਪਵਿੱਤਰ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪਰਸਤ ਚਰਨ ਗਤ ਨਿਰਮਲ ਰੀਤ। ਹੇ ਭਾਈ, ਜਿਹਦੇ ਦਰਸ਼ਨ ਕੀਤਿਆਂ ਪਵਿੱਤਰ ਹੋ ਜਾਈਦਾ, ਜਿਹਦੇ ਦਰਸ਼ਨ ਕੀਤਿਆਂ ਸਾਰੇ ਫਲ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਨੇ, ਐਸੇ ਗੁਰੂ ਦੇ ਚਰਨ ਨੂੰ ਛੋਹ। ਪਰਸਤ ਚਰਨ ਗਤ ਨਿਰਮਲ ਰੀਤ। ਕਿਉਂ ਛੋਹਣਾ ਹੈ? ਕਿਉਂਕਿ ਇਹਦੇ ਨਾਲ ਉੱਚੀ ਅਵਸਥਾ ਬਣ ਜਾਂਦੀ ਹੈ। ਸਦਾ ਜਿਹੜੀ ਸਾਡੀ ਰਹੁ ਰੀਤ ਆ ਨਾ, ਉਹ ਉੱਚੀ ਅਵਸਥਾ ਵਾਲੀ ਹੋ ਜਾਂਦੀ ਹੈ। ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਉਸ ਗੁਰੂ ਦੇ ਚਰਨਾਂ ਨੂੰ ਛੋਹ, ਉਹਦੇ ਚਰਨਾਂ ਨੂੰ ਪਰਸ। ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਨੇ, ਭੇਟਤ ਸੰਗ ਰਾਮ ਗੁਣ ਰਵੇ। ਗੁਰੂ ਦੀ ਸੰਗਤ ਵਿੱਚ ਰਿਹਾ ਪ੍ਰਭੂ ਦੇ ਗੁਣ ਗਾ ਸਕੀਦੇ ਹਨ। ਕਿਉਂ? ਕਿਉਂਕਿ ਇਸ ਸੰਸਾਰ ਦੇ ਉੱਤੇ ਜਦੋਂ ਉਹਦੇ ਗੁਣ ਗਾਵਾਂਗੇ ਤੇ ਜਿਹੜੀ ਸਾਡੀ ਪੁਕਾਰ ਹੈ ਉਹ ਪ੍ਰਮਾਤਮਾ ਦੀ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪਹੁੰਚ ਜਾਂਦੀ ਹੈ। ਭੇਟਤ ਸੰਗ ਰਾਮ ਗੁਣ ਰਵੇ। ਗੁਰੂ ਦੀ ਸੰਗਤ ਵਿੱਚ ਰਿਹਾ, ਪ੍ਰਭੂ ਦੇ ਗੁਣ ਗਾ ਕੇ, ਉਹਦੇ ਗੁਣਾਂ ਨੂੰ ਵਿਹਾਜ ਕੇ, ਇਕੱਠਿਆਂ ਕਰਕੇ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ, ਬਾਣੀ ਪੜ੍ਹ ਕੇ, ਸਹਿਜ ਪਾਠ ਕਰਕੇ, ਜਦੋਂ ਅਸੀਂ ਉਹਦੇ ਵਿੱਚ ਉਹ ਰਸ ਭਾਵ ਅੰਮ੍ਰਿਤ ਪੀ ਲੈਂਦੇ ਆ ਨਾ, ਜਿਹੜਾ ਅੰਮ੍ਰਿਤ ਹੈ ਗੁਰਬਾਣੀ ਦੇ ਅੰਦਰ ਸਮੋਇਆ ਹੋਇਆ, ਉਹਨੂੰ ਚੱਖ ਲੈਂਦੇ ਆ, ਫਿਰ ਉਹਦੀ ਦਰਗਾਹ ਦੇ ਵਿੱਚ, ਭਾਵ ਅਕਾਲ ਪੁਰਖ ਦੀ ਦਰਗਾਹ ਵਿੱਚ, ਪਾਰ ਬ੍ਰਹਮ ਕੀ ਦਰਗਹਿ ਗਵੇ, ਫਿਰ ਪਾਰ ਬ੍ਰਹਮ ਦੀ ਦਰਗਾਹ ਵਿੱਚ ਜਿਹੜਾ ਵਾ ਉਹ ਪਹੁੰਚ ਜਾਈਦਾ ਹੈ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਸੁਨ ਕਰ ਬਚਨ ਕਰਨ ਅਗਾਨੇ। ਹੇ ਭਾਈ,
ਜਦੋਂ ਅਸੀਂ परमात्मा के बचन सुनते हैं, गुरु अर्जन पातशाह जी कहते हैं जो गुरु के बचन सुनते हाँ तो फिर साढ़े कान जिहड़े ने ये रज जाते हैं, ये तृप्त हो जाते हैं। मन संतोख आत्म पतियां ने, मन विच संतोख आ जाता है, आत्मा रज जाती है, पतीज जाती है, मन जाती है। पूरा गुर आख्यो जाका मंत्र। सतगुरु गुरु अर्जन पातशाह जी बख्शिश करते हैं कि सतगुरु पूर्ण पुरख है, पूरा गुर, उसका उपदेश भी सदा लई अटल है। आख्यो ना नाश होने वाला, सदा कायम, जिहड़ा कदे खत्म नहीं हुंदा। उस सतगुरु का जिहड़ा बचन है वह भी अटल है। अमृत दृष्ट पीखै होए संत। हे भाई, जदों वो गुरु अपने सेवक वाल अमृत रूपी दृष्टि नाल वेखदा है ना, जदों गुरु रहमत करता है, अमृत रूपी दृष्टि तकदा है, तो फिर वो संत हो जाता है। अमृत दृष्ट पीखै होए संत। हे भाई, जदों जिस वाल गुरु अमृत रूपी दृष्टि नाल नज़र नाल वेख लेंदा है, फिर वो संत बन जाता है। गुरु साहब बख्शिश करते हैं, गुण बेअंत कीमत नहीं पाए। सतगुरु के गुण बेअंत हैं, मुल नहीं पै सकता, उन्हां दा कदे असीं मुल नहीं तार सकते, क्योंकि उहदे गुण जिहड़े ने वो बेअंत है। वो संसार दे उत्ते उन्हां दी कोई कीमत नहीं तार सकता। जे कोई कीमत पा लवे, क्यों गुरु साहब कहते हैं कीमत पाए ना कहिया जाए, कहने वाले तेरे रहे समाए। तेरी कोई कीमत नहीं तार सकता। जे कोई आखे कि मैं धन दे के ते गुरु नूं खरीद लवां, नहीं पाई। हाँ, संसार के उत्ते असीं साहिब श्री गुरु ग्रंथ साहिब जी का स्वरूप भेटा दे के लिया सकते हैं, पर जिहड़े उहदे अंदर गुण ने उन्होंने असीं उदां धारण नहीं कर सकते कि असीं भेटा दे के मुल लै आए हैं तो हुण साडे अंदर ये गुण आ जाणगे। गुरु साहब कहते ने कि हे भाई, वो सच्चा सतगुरु इस संसार के उत्ते उहदे गुणां नूं, उहदे परमात्मा के नाम नूं कोई मुल नहीं खरीद सकता, इकट्ठिया नहीं कर सकता। किस तरह मिल सकता है? गुरु अर्जन पातशाह जी कहते, नानक जिस भावै तिस लए मिलाए। ये भाई, जो जीव प्रभु नूं चंगा लगता है ना, जिहदे उत्ते उहदी दृष्टि हो जाए, भाव जिन्हें संसार उत्ते सब माइक पदार्थां दे मोह तो उपर उठ के गुरु नूं सिमरिया, भाव ये नहीं कि माया नूं त्याग के घर बार छड्ड के ते जंगलां बीआं बाण चल गया, नहीं भाई। जिन्हें इस धरती के उत्ते रहिंदियां होइयां गृहस्थ जीवन अपनाया ते गृहस्थी जीवन धारण करदियां होइयां फिर धन कमाया, शौहरत कमाई, इज्जत कमाई ते नाल नाल गुरु की वडियाई भी खट्टी, भाव गुरु नूं जपिया, गुरु के चरणों विच लग के। ਜਿਹੜੇ ਤਿੰਨ सिद्धांत गुरु नानक पातशाह जी ने बख्शे सी ना, मैं जिक्र किया कि किरत करनी, नाम जपना ते वंड के छकना। फिर ऐसे सेवक के उत्ते प्रभु रहमत करता है, क्योंकि वो उन्होंने भाउंदा है, चंगा लगता है। गुरु अर्जन पातशाह जी कहते जिस भाव है, भाव प्रभु नूं जिहड़ा मनुख, जिहड़ा जीव चंगा लगन लग जाता है, जिहड़ा उन्होंने भा जाता है, फिर इस धरती के उत्ते तिस लए मिलाए, फिर वो इस संसार के उत्ते गुरु नूं, गुरु रूप परमात्मा नूं मिल पैंदा है, मिला दिंदा है गुरु उसनूं, उन्होंने गुरु मिल पैंदा है। इस धरती के उत्ते ऐसी वडियाई है। गुरु अर्जन पातशाह जी बख्शिश करते हैं कि हे भाई, सदा उन्होंने सिमर, उहदे नाम नूं जप, क्योंकि इस धरती के उत्ते परमात्मा का रूप सतगुरु है। असल विच सतगुरु का नाम ही परमात्मा है, तो परमात्मा का नाम ही सतगुरु है। तो जिहड़ा मनुख
ਉਹਦੇ ਨਾਲ ਜੁੜ ਗਿਆ, ਉਹਦੀ ਸੰਗਤ ਕਰ ਲਈ, ਭਾਵ ਸਤਿਗੁਰੂ ਦੀ ਸੰਗਤ ਕਰ ਲਈ। हे ਭਾਈ, ਉਹ ਸਦਾ ਫਿਰ ਉਹਦੇ ਹਰੀ ਦੇ ਗੁਣ ਗਾਉਂਦਾ, ਇਸ ਸੰਸਾਰ ਦੇ ਉੱਤੇ ਆਪ ਜਪਦਾ ਹੋਇਆ ਹੋਰਨਾਂ ਨੂੰ ਵੀ ਜਪਾਉਂਦਾ ਹੈ, ਆਪ ਸੇਵਾ ਕਰਦਾ ਹੋਇਆ ਹੋਰਨਾਂ ਨੂੰ ਵੀ ਪ੍ਰੇਰਨਾ ਕਰਦਾ ਹੈ। ਉਹ ਆਪ ਇਸ ਧਰਤੀ ਦੇ ਉੱਤੇ ਧਨ ਕਮਾਉਂਦਾ ਹੋਇਆ ਹੋਰਨਾਂ ਦੀ ਜਿਹੜੇ ਲੋੜਵੰਦ ਨੇ ਉਹਨਾਂ ਦੀ ਵੀ ਸਹਾਇਤਾ ਕਰਦਾ ਹੈ, ਉਹਨਾਂ ਦੀ ਮਦਦ ਕਰਦਾ ਹੈ। ਸੋ ਐਸਾ ਅੱਜ ਦੇ ਬਚਨਾਂ ਅੰਦਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਸਦਾ ਉਹਨੂੰ ਸਿਮਰਨਾ ਚਾਹੀਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਚਾਰ ਬੰਦ ਅੱਜ 18ਵੇਂ ਅਸ਼ਟਪਦੀ ਦੇ ਹੋ ਗਏ ਹਨ। ਸੋ ਜੇ ਕਿਸੇ ਸੰਗਤ ਦੇ ਵਿੱਚੋਂ ਕਿਸੇ ਨੇ ਸਵਾਲ ਕਰਨਾ ਹੋਵੇ ਤੇ ਆਪ ਜੀ ਦੇ ਮਾਈਕ ਜਿਹੜੇ ਨੇ ਉਹ ਅਨਮਿਊਟ ਕਰ ਦਿੱਤੇ ਜਾਣਗੇ। ਸੋ ਜਿਨ੍ਹਾਂ ਨੇ ਸਵਾਲ ਕਰਨਾ, ਕੋਈ ਅੱਜ ਦੀ ਕਲਾਸ ਬਾਬਤ ਪੁੱਛਣਾ ਹੋਵੇ, ਉਹ ਪੁੱਛ ਸਕਦਾ ਹੈ। ਆਪ ਜੀ ਦੇ ਜਿਹੜੇ ਮਾਈਕ ਨੇ ਉਹ ਅਨਮਿਊਟ ਕਰ ਦਿੱਤੇ ਗਏ ਹਨ। ਹਾਂਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ। ਹਾਂਜੀ, ਠੀਕ ਹੈ ਜੀ। ਸੋ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜ਼ਰੂਰੀ ਬੇਨਤੀ ਹੈ ਕਿ 17 ਤਰੀਕ ਨੂੰ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਛਾਣੀ ਵਿਖੇ ਲੜੀਵਾਰ ਜੋ ਕਥਾ ਹੈ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਜਨਮ ਪ੍ਰਕਾਸ਼ ਸ਼ਤਾਬਦੀ ਨੂੰ ਮੁੱਖ ਰੱਖਦਿਆਂ, ਜੋ ਕਿ 2021 ਵਿੱਚ ਆ ਰਹੀ ਹੈ, ਉਹਦੇ ਸੰਬੰਧ ਵਿੱਚ ਸਮੂਹ ਪ੍ਰਬੰਧਕ ਕਮੇਟੀਆਂ, ਸਤਿਕਾਰਯੋਗ ਸਾਡੇ ਵੀਰ ਜੀ ਅਮਰੀਕ ਸਿੰਘ ਜੀ, ਵੀਰ ਜੀ ਅਵਤਾਰ ਸਿੰਘ ਜੀ, ਜੋ ਪ੍ਰਧਾਨ ਸਾਹਿਬ ਹਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ, ਅਤੇ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਬੜਾ ਸਹਿਯੋਗ ਦੇ ਰਹੀਆਂ ਹਨ। ਉਹਨਾਂ ਦੇ ਸਹਿਯੋਗ ਸਦਕਾ 17 ਤਰੀਕ ਨੂੰ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਸੰਗਰਾਂਦ ਦੇ ਉੱਤੇ ਜੋ ਮਹੀਨਾ ਆਰੰਭ ਹੋਣਾ ਹੈ ਉਹਦੀ ਕਥਾ ਹੋਵੇਗੀ, ਜਿਹਦਾ ਟਾਈਮ ਹੈ 9 ਵਜੇ ਤੋਂ 9:30 ਸਵੇਰੇ, ਜਿਹਦੀ ਲਾਈਵ ਜਿਹੜੀ ਆ ਉਹ ਵੀ ਅਸੀਂ ਕਰਾਂਗੇ ਫੇਸਬੁੱਕ, ਗੁਰਦੁਆਰਾ ਸਾਹਿਬ ਦੇ ਨਾਂ ਤੇ ਫੇਸਬੁੱਕ ਪੇਜ ਹੈ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਛਾਣੀ। ਜੇ ਕੋਈ ਨਹੀਂ ਆ ਸਕਦਾ, ਉਹ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਉਹ ਇਹਦੇ ਨਾਲ ਜੁੜ ਕੇ ਤੇ ਸਾਡੀ ਇਸ ਆਨਲਾਈਨ ਜਿਹੜੀ ਆ ਲਾਈਵ ਕਥਾ ਦੇ ਵਿੱਚ ਵੀ ਜੁੜ ਸਕਦਾ। ਜੇ ਸਮਾਂ ਬਣੇ ਤੇ ਜ਼ਰੂਰ ਗੁਰਦੁਆਰਾ ਸਾਹਿਬ ਪਹੁੰਚ ਕੇ ਤੁਸੀਂ ਇਹ ਲੜੀਵਾਰ ਕਥਾ ਸਰਵਣ ਕਰ ਸਕਦੇ ਜੇ। ਇਸ ਤੋਂ ਬਾਅਦ ਜਿਹੜੀ 17 ਤੋਂ ਬਾਅਦ 18 ਤਰੀਕ ਨੂੰ ਜਿਹੜੀ ਕਥਾ ਹੈ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 59 ਸ਼ਬਦ ਨੇ, ਤੇ ਉਹ ਲੜੀਵਾਰ ਇੱਕ ਸ਼ਬਦ ਦੀ ਜਿਹੜਾ ਸ੍ਰੀ ਰਾਗ ਤੋਂ ਜਿਸ ਤਰ੍ਹਾਂ ਆਰੰਭ ਹੁੰਦੇ ਨੇ, ਇੱਕ ਸ਼ਬਦ ਦੀ ਜਿਹੜੀ ਉਹ ਵਿਚਾਰ ਰੋਜ਼ਾਨਾ ਹੋਵੇਗੀ। ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜੀ ਆ ਉਹ ਸੰਗਤ ਹਾਜ਼ਰੀ ਭਰੇ। ਇਸੇ ਤਰੀਕੇ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਨਾਨਕਵਾੜੀ ਵਿਖੇ ਸ਼ਾਮ ਨੂੰ 7 ਤੋਂ 7:40 ਭਾਵ ਸ਼ਾਮ ਦੇ 7 ਵਜੇ ਤੋਂ ਲੈ ਕੇ ਤੇ 7:40 ਤੱਕ ਪੌਣਾ ਘੰਟਾ ਜਿਹੜੀ ਉਹ ਇਤਿਹਾਸ ਦੀ ਵਿਚਾਰ ਹੋਵੇਗੀ, ਜੋ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਅੰਦਰੋਂ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਉੱਤੇ ਹੀ ਵਿਚਾਰ ਹੋਵੇਗੀ। ਉਹ ਪੂਰਾ 31 ਤਰੀਕ ਨੂੰ 31 ਅਕਤੂਬਰ ਨੂੰ ਆਰੰਭ ਹੋਵੇਗੀ। ਉਹ ਵੀ ਗੁਰਦੁਆਰਾ ਸਾਹਿਬ ਦਾ ਅਸੀਂ ਫੇਸਬੁੱਕ ਪੇਜ ਜਿਹੜਾ ਬਣਾ ਦੇਣਾ ਹੈ, ਉਹਦੇ ਤੇ ਲਾਈਵ ਹੋਵੇਗੀ, ਤੇ ਬਾਕੀ ਜਿਹੜੀ ਸੰਗਤ ਹਾਜ਼ਰੀ ਭਰ ਸਕਦੀ ਹੈ ਉਹ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸੋ ਹੋਈਆਂ ਭੁੱਲਾਂ ਦੀ ਖਿਮਾ। ਆਓ ਅੰਤ ਗੁਰ ਫਤਿਹ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।